students, good morning. Today we will learn our subject science, chapter 3rd, metals and non-metals. In class 9th you have learned about various elements. You have seen that the elements can be classified as a metal, non-metal on the basis of their properties. ਆਪਾਂ 9th class ਵਿੱਚ ਪੜ੍ਹ ਚੁੱਕੇ ਹਾਂ ਮੈਟਲਸ ਕਿਹੜੇ ਹੁੰਦੇ ਨੇ, ਨੋਨ ਮੈਟਲ ਕਿਹੜੇ ਹੁੰਦੇ, ਮੋਸਟਲੀ ਨੋਰਮਲ ਪ੍ਰੋਪਰਟੀਜ਼ ਤੋਂ ਆਪਾਂ ਬੇਸਿਫਾਈ ਕੀਤਾ ਸੀ, ਕਲਾਸੀਫਾਈ ਕੀਤਾ ਸੀ ਕਿਹੜੇ ਮੈਟਲ ਹੋਣਗੇ ਕਿਹੜੇ ਨੋਨ ਮੈਟਲ। ਥਿੰਕ ਆਫ ਸਮ ਯੂਜ਼ਸ ਆਫ ਮੈਟਲ ਐਂਡ ਨੋਨ ਮੈਟਲ ਇਨ ਆਵਰ ਡੇਲੀ ਲਾਈਫ। ਮੈਟਲਸ ਕਿਹੜੇ ਹੋਣਗੇ ਅਤੇ ਉਹਨਾਂ ਦੇ ਆਪਣੀ ਜ਼ਿੰਦਗੀ ਵਿੱਚ ਕੀ ਕੰਮ ਨੇ, ਅਤੇ ਨੋਨ ਮੈਟਲ ਕਿਹੜੇ ਹੋਣਗੇ ਉਹਨਾਂ ਦਾ ਕੀ ਕੰਮ ਆ। ਬਟ ਪ੍ਰੋਪਰਟੀ ਡਿਡ ਯੂ ਥਿੰਕ ਵਿਲ ਕੈਟਾਗਰਾਈਜ਼ਿੰਗ ਐਲੀਮੈਂਟ ਐਸ ਮੈਟਲ ਔਰ ਨੋਨ ਮੈਟਲ। ਕਹਿੰਦੇ ਕਿਹਦੇ ਬੇਸਿਸ 'ਤੇ ਤੁਸੀਂ ਦੱਸੋਗੇ ਕਿ ਇਹ ਮੈਟਲ ਆ ਅਤੇ ਨੋਨ ਮੈਟਲ ਆ, ਕਿਹੜੀ ਪ੍ਰੋਪਰਟੀਜ਼ ਦੇ ਬੇਸਿਸ 'ਤੇ। ਹਾਊ ਆਰ ਦੀਜ਼ ਪ੍ਰੋਪਰਟੀਜ਼ ਰਿਲੇਟਡ ਟੂ ਯੂਜ਼ ਆਫ ਦੀਜ਼ ਐਲੀਮੈਂਟਸ। ਕਹਿੰਦੇ ਜਿਹੜੀਆਂ ਪ੍ਰੋਪਰਟੀਜ਼ ਹੋਣਗੀਆਂ, ਜਿਹੜੇ ਆਪਾਂ ਐਲੀਮੈਂਟ ਵਰਤਦੇ ਇਹਨਾਂ ਨਾਲ ਕਿਵੇਂ ਰਿਲੇਟ ਹੋਣਗੀਆਂ। ਲੈਟ ਅਸ ਟਾਕ ਟੂ ਸਮ ਦੀਜ਼ ਪ੍ਰੋਪਰਟੀਜ਼ ਇਨ ਡਿਟੇਲ। ਕਹਿੰਦੇ ਹੁਣ ਆਪਾਂ ਇਹਨਾਂ ਦੀ ਫਿਜ਼ੀਕਲ ਪ੍ਰੋਪਰਟੀਜ਼ ਬਾਰੇ ਡਿਸਕਸ ਕਰਾਂਗੇ। ਪਹਿਲਾਂ ਆਪਾਂ ਮੈਟਲਸ ਦੇ ਫਿਜ਼ੀਕਲ ਪ੍ਰੋਪਰਟੀਜ਼ ਬਾਰੇ ਡਿਸਕਸ ਕਰਾਂਗੇ, ਫਿਰ ਆਪਾਂ ਨੋਨ ਮੈਟਲ ਦੀਆਂ, ਅਤੇ ਫਿਰ ਇਸ ਤੋਂ ਬਾਅਦ ਦੇਖਾਂਗੇ ਕੁਝ ਫਿਜ਼ੀਕਲ ਪ੍ਰੋਪਰਟੀਜ਼ ਇਹਨਾਂ ਵਿੱਚ ਰਿਸੈਂਬਲ ਸੇਮ ਹੋ ਜਾਣਗੀਆਂ, ਰਿਸੈਂਬਲ ਕਰ ਜਾਣਗੀਆਂ। ਫਿਰ ਆਪਾਂ ਉਹਨਾਂ ਦੀ ਕੈਮੀਕਲ ਪ੍ਰੋਪਰਟੀਜ਼ ਬਾਰੇ ਸਟੱਡੀ ਕਰਾਂਗੇ। ਸੋ ਹੁਣ ਨਾ ਥੋੜ੍ਹੀ ਜਿਹੀ ਇਹ ਵਾਲੀ ਬੁੱਕ ਦੇ ਵਿੱਚ NCERT ਦੇ ਵਿੱਚ ਥੋੜ੍ਹੀ ਜਿਹੀ ਬਹੁਤ ਘੱਟ ਕਲੀਅਰੀਫਿਕੇਸ਼ਨ ਚੰਗੀ ਤਰ੍ਹਾਂ ਨਹੀਂ ਦਿੱਤੀ ਹੁੰਦੀ। ਸੋ ਆਪਾਂ ਇੱਕ ਹੋਰ ਬੁੱਕ ਯੂਜ਼ ਕਰਾਂਗੇ ਇਹਦੇ ਲਈ ਸਬਜੈਕਟ ਲਰਨਿੰਗ ਲਈ। ਤੋ ਆਪਾਂ ਹੁਣ ਉਸ ਦੇ ਵਿੱਚ ਦੇਖਾਂਗੇ ਮੈਟਲਸ ਕੀ ਨੇ, ਉਹਨਾਂ ਦੀ ਐਕਟੀਵਿਟੀ ਵਗੈਰਾ ਜਿਹੜੀ ਆਪਣੀ ਐਕਟੀਵਿਟੀ ਹੁੰਦੀ, ਜੇ ਰਿਜ਼ਲਟ ਚੰਗੀ ਤਰ੍ਹਾਂ ਕਲੀਅਰੀਫਾਈ ਨਹੀਂ ਕੀਤੇ ਹੁੰਦੇ ਤਾਂ ਉਸ ਚੰਗੀ ਤਰ੍ਹਾਂ ਦੱਸੇ ਹੁੰਦੇ ਨੇ, ਚੰਗੀ ਤਰ੍ਹਾਂ ਸਭ ਕੁਛ ਲਿਖਿਆ ਹੁੰਦਾ ਕਿ ਇਸ ਚੀਜ਼ ਤੋਂ ਇਹ ਚੀਜ਼ ਆਉਂਦੀ, ਜਿਵੇਂ ਆਪਣੀ ਐਕਟੀਵਿਟੀਜ਼ ਹੁੰਦੀਆਂ ਨੇ, ਰਿਜ਼ਲਟ ਅਧੂਰੇ ਛੱਡੇ ਹੁੰਦੇ ਨੇ, ਤਾਂ ਉਹ ਬੁੱਕ 'ਚ ਆਪਾਂ ਨੂੰ ਕਲੀਅਰੀਫਾਈ ਹੋ ਜਾਣਗੇ ਸਾਰਾ ਕੁਛ। ਸੋ ਆਪਾਂ ਸਭ ਤੋਂ ਪਹਿਲਾਂ ਮੈਟਲ ਕੀ ਹੁੰਦੇ ਨੇ ਆਪਾਂ ਉੱਧਰੋਂ ਦੂਸਰੀ ਬੁੱਕ ਤੋਂ ਸਟੱਡੀ ਕਰਾਂਗੇ। Metals are the element that conduct heat and electricity and are malleable and ductile। ਕਹਿੰਦੇ ਨੇ ਮੈਟਲਸ ਆਪਣੇ ਪੀਰੀਓਡਿਕ ਟੇਬਲ ਦੇ ਉਹ ਐਲੀਮੈਂਟ ਨੇ ਜੋ ਹੀਟ ਨੂੰ ਕੰਡਕਟ ਕਰ ਸਕਦੇ ਹੋਣ, ਇਲੈਕਟ੍ਰੀਸਿਟੀ ਨੂੰ, ਜੋ ਮੈਲੇਬਲ ਅਤੇ ਡਕਟਾਈਲ ਹੋਣ। ਬੱਚੇ ਮੈਲੇਬਲ ਅਤੇ ਡਕਟਾਈਲ ਦੀ ਆਪਾਂ ਡੈਫੀਨੇਸ਼ਨ ਦੇਖ ਲੈਂਦੇ ਹਾਂ। ਮੈਲੇਬਲ ਮੀਨਸ ਵਿਚ ਕੈਨ ਬੀ ਬੀਟਨ ਵਿਦ ਹੈਮਰ ਟੂ ਫਾਰਮ ਆ ਥਿਨ ਸ਼ੀਟਸ। ਮੈਲੇਬਲ ਬੱਚੇ ਜਿਹੜਾ ਕੋਈ ਮੈਟਲ ਹੁੰਦਾ ਆਪਾਂ ਨੂੰ ਹਥੌੜੇ ਨਾਲ ਕੁੱਟਦੇ ਰਹੀਏ ਅਤੇ ਆਪਣੇ ਕੋਲ ਸੀਟ ਵਗੈਰਾ ਬਣ ਜਾਣ, ਉਹਨੂੰ ਆਪਾਂ ਕਹਿ ਦਿੰਦੇ ਹੈਗੇ ਮੈਲੇਬਲ। ਮਤਲਬ ਕਿ ਛੋਟੇ ਟੁਕੜਿਆਂ ਵਿੱਚ ਨਾ ਟੁੱਟੇ, ਪਤਲਾ ਹੁੰਦਾ ਆਪਣੇ ਕੋਲ ਸ਼ੀਟਸ ਬਣ ਜਾਣ। ਡਕਟਾਈਲ ਮੀਨਸ ਵੀ ਬੱਚੇ ਉਹਦਾ ਮਤਲਬ ਹੁੰਦਾ ਕਿ ਉਹ ਵਾਲਾ ਮੈਟਲ ਜਦੋਂ ਆਪਾਂ ਨੂੰ ਖਿੱਚਦੇ ਹੈਗੇ ਹੈ ਨਾ, ਅਤੇ ਉਹਦੇ ਵਿੱਚ ਕੀ ਹੁੰਦਾ ਕਿ ਪਤਲੀਆਂ ਤਾਰਾਂ ਬਣ ਜਾਣ ਉਹਦੇ ਤੋਂ, ਠੀਕ ਹੈ, ਉਹਦੀ ਗੱਲ ਕੀਤੀ ਗਈ ਹੋਈ ਹੈ। ਐਂਡ ਬਰਟਾਈਲ ਦੇ ਵਿੱਚ ਕੀ ਹੁੰਦਾ ਗਾ, ਉਹਦੇ ਵਿੱਚੋਂ ਟੁੱਟ ਕੇ ਛੋਟੇ ਛੋਟੇ ਪੀਸਿਸ ਦੇ ਵਿੱਚ ਖਿੰਡ ਜਾਣਾ, ਉਹਨੂੰ ਆਪਾਂ ਕੀਤਾ ਬਰਟਾਈਲ ਦੀ ਗੱਲ ਕੀਤੀ ਹੈ, ਠੀਕ ਹੈ। ਇਹਦੇ ਵਿੱਚ ਪ੍ਰੋਪਰਟੀਜ਼ ਹੁੰਦੀਆਂ ਹੈਗੀਆਂ। ਮੈਟਲਸ ਆਰ ਲਸਟਰ, ਕਹਿੰਦੇ ਸ਼ਾਈਨੀ ਹੁੰਦੇ ਨੇ, ਹਾਰਡ ਹੁੰਦੇ ਨੇ, ਸਟਰੋਂਗ ਹੁੰਦੇ ਨੇ, ਹੈਵੀ ਹੁੰਦੇ ਨੇ, ਅਤੇ ਸਨੋਮਰਸ ਬੱਚੇ ਜੋ ਕਿ ਮਤਲਬ ਆਵਾਜ਼ ਆਪਾਂ ਨੂੰ 'ਤੇ ਕੋਈ ਚੀਜ਼ ਡਿੱਗ ਪਏ ਜਾਂ ਆਪਾਂ ਉਹਨੂੰ ਕੋਈ ਚੀਜ਼ ਸਟਰਾਈਕ ਕਰਵਾਉਂਦੇ ਹਾਂ ਤਾਂ ਉਸ ਟਾਈਮ ਆਵਾਜ਼ ਹੋਣੀ, ਉਹਨੂੰ ਸਨੋਮਰਸ ਕਿਹਾ ਜਾਂਦਾ ਗਾ। ਸਨੋਮਰਸ ਹੁੰਦੇ ਨੇ। ਸਮ ਐਗਜ਼ਾਮਪਲ ਆਫ ਮੈਟਲਸ ਆਰ ਆਇਰਨ, ਐਲੂਮੀਨੀਅਮ, ਕਾਪਰ, ਸਿਲਵਰ, ਗੋਲਡ, ਪਲੇਟੀਨੀਅਮ, ਜ਼ਿੰਕ, ਟਿਨ, ਲੈਡ, ਮਰਕਰੀ, ਠੀਕ ਹੈ। ਕੁਛ ਐਗਜ਼ਾਮਪਲ ਦਿੱਤੇ ਹੈਗੇ ਇਹਨਾਂ ਨੇ, ਕਿਹੜੇ ਨੇ ਆਹ ਵਾਲੇ ਐਗਜ਼ਾਮਪਲ ਨੇ ਆਪਣੀਆਂ, ਦੇਖ ਲਿਓ। ਸੋਡੀਅਮ, ਪੋਟਾਸ਼ੀਅਮ, ਕੈਲਸ਼ੀਅਮ ਐਂਡ ਮੈਗਨੀਜ਼ੀਅਮ ਮੈਜੋਰਟੀ ਆਫ ਨੋਨ ਐਲੀਮੈਂਟਸ ਆਰ ਮੈਟਲਸ। ਕਹਿੰਦੇ ਜਿਹੜੀਆਂ ਮੇਨ ਆਪਾਂ ਜਿਨ੍ਹਾਂ ਬਾਰੇ ਜ਼ਿਆਦਾਤਰ ਸਟੱਡੀ ਕਰਾਂਗੇ, ਸੋਡੀਅਮ, ਪੋਟਾਸ਼ੀਅਮ, ਕੈਲਸ਼ੀਅਮ ਅਤੇ ਮੈਗਨੀਜ਼ੀਅਮ, ਇਹ 4 ਐਲੀਮੈਂਟ ਨੇ ਜਿਹੜੇ ਜ਼ਿਆਦਾਤਰ ਜਾਣੇ ਜਾਂਦੇ ਨੇ ਮੈਟਲਸ ਦੇ ਵਿੱਚ। ਆਲ ਦਾ ਮੈਟਲਸ ਆਰ ਸੋਲਿਡ ਐਕਸੈਪਟ ਮਰਕਰੀ ਵਿਚ ਇਜ਼ ਲਿਕੁਇਡ ਮੈਟਲ। ਕਿ ਜਿੰਨੇ ਵੀ ਆਪਾਂ ਮੈਟਲਸ ਦੀ ਗੱਲ ਕੀਤੀ ਆ ਇੱਥੇ ਹੈ ਨਾ, ਕਹਿੰਦੇ ਇਹਨਾਂ ਦੇ ਵਿੱਚ ਸਾਰੇ ਸੋਲਿਡ ਹੋਣਗੇ, ਬਟ ਕੀ ਆ ਹੁਣ ਇੱਕ ਐਕਸੈਪਟੇਸ਼ਨ ਆ ਗਈ ਕਿ ਆਪਣੇ ਕੋਲ ਜਿਹੜੀ ਹੁੰਦੀ ਹੈ ਮਰਕਰੀ ਹੁੰਦੀ, ਉਹ ਲਿਕੁਇਡ ਹੁੰਦੀ ਇੱਕ ਰੂਮ ਟੈਂਪਰੇਚਰ 'ਤੇ। ਇਹ ਆਪਾਂ ਕਲਾਸ 9 ਦੇ 2nd ਚੈਪਟਰ ਵਿੱਚ ਵੀ ਸਟੱਡੀ ਕੀਤਾ ਪਹਿਲਾਂ, ਠੀਕ ਹੈ। ਨੈਕਸਟ ਦੇਖੋ, ਡਿਊਰਿੰਗ ਦਾ ਕੈਮੀਕਲ ਰਿਐਕਸ਼ਨਸ ਮੈਟਲ ਕੈਨ ਫਾਰਮ ਪੋਜ਼ੀਟਿਵ ਆਇਨ ਬਾਈ ਲੂਜ਼ਿੰਗ ਇਲੈਕਟ੍ਰੋਨਸ। ਮਤਲਬ ਕੋਈ ਵੀ ਕੈਮੀਕਲ ਰਿਐਕਸ਼ਨ ਹੁੰਦੀ ਆ, ਮੈਟਲ ਲੈ ਲਓ ਆਪਣਾ ਕੋਈ ਵੀ ਇੱਕ ਮੈਟਲ ਆ, ਆਪਾਂ ਉਹਦਾ ਦੇਖਾਂਗੇ ਉਹਦੀ ਬੈਲੈਂਸੀ ਵਗੈਰਾ ਦੇਖਦੇ ਹੁੰਦੇ ਹੋ ਨਾ, ਉਹਦਾ ਅਟੋਮਿਕ ਨੰਬਰ ਕਿੰਨਾ, ਫਿਰ ਦੇਖਦੇ ਹੋ KLMN ਸ਼ੈੱਲ, ਫਿਰ ਆਪਾਂ ਦੇਖਦੇ ਹੁੰਦੇ ਕਿ 11 ਇਲੈਕਟ੍ਰੋਨ ਨੇ ਕਿਸੇ ਚੀਜ਼ ਦੇ ਵਿੱਚ, ਠੀਕ ਹੈ। ਜਿਵੇਂ ਕਿ ਸੋਡੀਅਮ ਦੇ ਵਿੱਚ ਲਾ ਕੇ ਚਲੋ 11 ਹੁੰਦਾ ਸ਼ਾਇਦ ਦਾ ਅਟੋਮਿਕ ਨੰਬਰ। ਫਿਰ ਆਪਾਂ ਦੇਖਦੇ ਹੁੰਦੇ ਕਿ 2 ਅਤੇ 8 ਮਤਲਬ 2 ਸ਼ੈੱਲ ਪੂਰੇ ਹੁੰਦੇ ਆਪਣੇ KL, ਅਤੇ M ਦੇ ਵਿੱਚ ਆਪਣੇ ਕੋਲ ਇੱਕ ਐਕਸਟਰਾ ਹੁੰਦਾ, ਤਾਂ ਫਿਰ ਉਹ ਇਲੈਕਟ੍ਰੋਨ ਬੱਚੇ ਕੀ ਕਰਦਾ, ਉਹਨੂੰ ਲੂਜ਼ ਕਰ ਦਿੰਦਾ ਹੁੰਦਾ, ਆਪਣਾ ਲੂਜ਼ਿੰਗ ਇਲੈਕਟ੍ਰੋਨ। ਤਾਂ ਉਹਦੇ ਉੱਪਰ ਬੱਚੇ ਕਿਹੜਾ ਚਾਰਜ ਆ ਜਾਂਦਾ ਹੁੰਦਾ, ਪੋਜ਼ੀਟਿਵ ਚਾਰਜ ਆ ਜਾਂਦਾ, ਠੀਕ ਹੈ। ਕਹਿੰਦੇ ਇਹੀ ਗੱਲ ਇਹਨਾਂ ਨੇ ਕੀ, ਡੂਰਿੰਗ ਦਾ ਕੈਮੀਕਲ ਰਿਐਕਸ਼ਨ ਮੈਟਲਸ ਕੈਨ ਫਾਰਮ ਪੋਜ਼ੀਟਿਵ ਆਇਨਸ ਬਾਈ ਲੂਜ਼ਿੰਗ ਇਲੈਕਟ੍ਰੋਨ। ਬੇਸਡ ਔਨ ਦਿਸ ਆਬਜ਼ਰਵੇਸ਼ਨ ਵੀ ਕੈਨ ਰਾਈਟ ਅਨਦਰ ਡੈਫੀਨੇਸ਼ਨ ਆਫ ਮੈਟਲ ਐਸ ਫੋਲੋ। ਕਹਿੰਦੇ ਇਸ ਦੇ ਆਧਾਰ 'ਤੇ ਵੀ ਇੱਕ ਹੋਰ ਡੈਫੀਨੇਸ਼ਨ ਦੇ ਸਕਦੇ ਹਾਂ। ਮੈਟਲਸ ਆਰ ਦਾ ਐਲੀਮੈਂਟਸ ਐਕਸੈਪਟ ਹਾਈਡਰੋਜਨ, ਕਿਉਂਕਿ ਬੱਚੇ ਹਾਈਡਰੋਜਨ ਦਾ ਅਟੋਮਿਕ ਨੰਬਰ 1 ਹੁੰਦਾ, ਜਾਂ ਤਾਂ ਉਹਦਾ ਇੱਕ ਇਲੈਕਟ੍ਰੋਨ ਲੂਜ਼ ਕਰਦੇ ਤਾਂ ਉਹ 0 ਵੈਲੈਂਸੀ 'ਚ ਆ ਜੂ, ਜੇਕਰ ਉਹ ਇੱਕ ਇਲੈਕਟ੍ਰੋਨ ਗੇਨ ਕਰਦਾ ਗਾ ਤਾਂ ਉਹਦੇ ਉੱਪਰ ਬੱਚੇ ਕੀ ਆ ਜਾਂਦਾ, ਨੈਗੇਟਿਵ ਚਾਰਜ ਆ ਜਾਂਦਾ, ਠੀਕ ਹੈ। ਮੈਟਲਸ ਐਕਸੈਪਟ ਹਾਈਡਰੋਜਨ ਵਿਚ ਫਾਰਮ ਦਾ ਪੋਜ਼ੀਟਿਵ ਆਇਨ ਬਾਈ ਲੂਜ਼ਿੰਗ ਇਲੈਕਟ੍ਰੋਨਸ,
ठीक है। कहते इलैक्ट्रॉन देखो अपन पता ही है हाइड्रोजन लूज भी कर सकता गेन भी कर सकता, मतलब ना ही तो मैटल की कंडीशन जे आप इस कंडीशन लैके चले तो ना ही मैटल के आ रहा तो ना ही नॉन मैटल के आऊगा। फॉर एग्जाम्पल एलूमीनीयम कहते जे हाँ जी। फिर इस तो कहते एलूमीनीयम इज़ अ मैटल विच फॉर्म पॉजिटिवली चार्ज एलूमीनीयम आयनस। मतलब बच्चे हुण जिहड़ा अपने कोल एलूमीनीयम आ उहदा एटॉमिक नंबर देखांगे तो देखांगे कि किहड़ा चार्ज फॉर्म करदा। एलूमीनीयम 3 पॉजिटिव आयन तो उन्हें तिन्नां दे इलैक्ट्रॉन की लूज कर दिंदा। इनफैक्ट मैटल्स आर नॉन इलैक्ट्रोपॉजिटिव एलीमेंट्स बिकॉज दे कैन फॉर्म पॉजिटिव आयन बाय लूजिंग इलैक्ट्रॉन्स। कहते आप मैटल नूं इलैक्ट्रोपॉजिटिव एलीमेंट कह सकते क्योंकि बच्चे ये आदे इलैक्ट्रॉन की लूज कर दिंदा ते आदे उपर की पॉजिटिव चार्ज कैरी कर लैंदा गा। आप 9th क्लास इन्हां चीज़ों बारे स्टडी कर चुके हैं। ठीक है। मैटल्स आर वाइडली यूज इन अवर डेली लाइफ फॉर अ लार्ज नंबर ऑफ पर्पज। ठीक है। द कुकिंग यूटेंशियल इलैक्ट्रिक फैंस स्वीविंग मशीन्स कार बसेस ट्रक्स ट्रेन शिप्स एंड एरोप्लेन्स आर मेड ऑफ द मैटल्स और अ मिक्सचर्स ऑफ मैटल कॉल्ड अलॉयज। हुण देखो एक डेफिनेशन आई वट आर द अलॉय द मिक्सचर ऑफ द मैटल्स जिवें आयरन कॉपर वगैरह के मिक्सचर होंगे ने। कई बार कोई चीज़ आप कोई भी घरे संद लै लो जां एरोप्लेन की गल की कहते ये ना किसी एक फॉर्म की मैटल के फॉर्म नाल नहीं बनता होंदा, उन्होंने मिक्सचर वगैरह नाल बनता होंदा। कहते वो मिक्सचर नूं आपां कहने मिक्सचर ऑफ मैटल्स आर कॉल्ड अलॉयज। तो उन्होंने कहने बच्चे आप अलॉय कहने हैं। ठीक है। इन फैक्ट द लिस्ट ऑफ आर्टिकल्स मेड बाय द मैटल विच वी कैन यूज इन आवर डेली लाइफ इज़ एन एंडिंग। कहते आप लिस्ट नहीं कर सकते, बहुत ज़्यादा आप रोजाना जिंदगी में मैटल यूज़ करते हैं। मैटल्स आर वेरी इंपॉर्टेंट फॉर नैशनल इकोनॉमी ऑफ आवर कंट्री। ठीक है। द मोस्ट अबंडेंट मैटल इन आवर क्रस्ट अर्थ क्रस्ट इज़ एलूमीनीयम। ठीक है। एलूमीनीयम अपनी धरती के उपर सब तो वध पाया जाने वाला की हैगा, सब तो वध पाया जाने वाला मैटल आ विच इज़ अबाउट 7% ऑफ द अर्थ्स crust. The second most abundant elemental in the earth crust is iron which is constitute about 4% of the earth's crust. ठीक है। The major metals in earth crust is the decreasing order of their abundance. इस पर इन्होंने ऑर्डर दसे सब तो पहले बच्चे एलूमीनियम मिलता, फिर आयरन मिलता, फिर कैल्शियम सोडियम पोटाशियम एंड मैगनीशियम। ठीक है। नैक्सट बच्चे नॉन मैटल की आप उहदे बारे स्टडी करांगे।